ਲਵਾਈਆਂ ਔਰ ਉਹਨਾਂ ਨੂੰ ਰੋਸ਼ਨੀ ਦਿਖਾਈ ਆ, ਦੁਨੀਆ ਦਿਖਾਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ। ਰਤਲ ਕੋਈ ਵੀ ਹੋਵੇ, ਧਰਮ ਕੋਈ ਵੀ ਹੋਵੇ, ਹਮੇਸ਼ਾ ਇਨਸਾਨੀਅਤ ਦੇ ਭਲੇ ਦੀ ਗੱਲ ਕਰਦਾ ਹੈ। ਸਮਾਂ ਬੀਤ ਗਿਆ, ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਤੇ ਸ਼ਾਇਦ ਆਪਣੇ ਤੋਂ ਇਲਾਵਾ ਅਸੀਂ ਕਿਸੇ ਹੋਰ ਬਾਰੇ ਸੋਚ ਹੀ ਨਹੀਂ ਸਕਦੇ। ਪਰ ਅਜੇ ਵੀ ਇੱਦਾਂ ਦੇ ਇਨਸਾਨ ਨੇ ਜਿਹੜੇ ਇਨਸਾਨੀਅਤ ਲਈ ਜਿਉਂਦੇ ਨੇ, ਇਨਸਾਨੀਅਤ ਲਈ ਸੋਚਦੇ ਨੇ, ਬਿਨਾਂ ਕਿਸੇ ਲੋਭ ਦੇ। ਸੋ ਅੱਜ ਦੀ ਜਿਹੜੀ ਸ਼ਖਸੀਅਤ ਹੈ, ਇਹ ਉਹ ਇਨਸਾਨ ਨੇ ਜਿਹੜੇ ਇਸ ਸਾਈਕਲ ਦੇ ਉੱਤੇ 20 ਸਾਲਾਂ ਤੋਂ ਲੋਕਾਂ ਨੂੰ ਅੰਗਦਾਨ ਦੇ ਲਈ ਪ੍ਰੇਰਿਤ ਕਰਦੇ ਨੇ। ਕੋਈ ਲੋਭ ਨਹੀਂ, ਕੋਈ ਉਹਦੇ 'ਚ ਆਪਣਾ ਫਾਇਦਾ ਨਹੀਂ। 20 ਸਾਲ ਇਸ ਸਾਈਕਲ ਚਲਾਉਂਦੇ ਕਿਸੇ ਦੇ ਕੋਈ ਵੀ ਫੰਕਸ਼ਨ ਹੋਵੇ, ਚਾਹੇ ਸਕੂਲ ਹੈ, ਚਾਹੇ ਗੁਰਦੁਆਰਾ ਹੈ, ਚਾਹੇ ਮੰਦਿਰ ਹੈ, ਚਾਹੇ ਮਸਜਿਦ ਹੈ, ਚਾਹੇ ਗਿਰਜਾ ਹੈ, ਹਰ ਜਗ੍ਹਾ 'ਤੇ ਜਾਂਦੇ ਨੇ ਅਤੇ ਲੋਕਾਂ ਨੂੰ ਦੱਸਦੇ ਨੇ ਕਿ ਅੰਗਦਾਨ ਕਿੰਨਾ ਜ਼ਰੂਰੀ ਹੈ। ਇਹਨਾਂ ਨੇ 29 ਪਰਿਵਾਰਾਂ ਦੀਆਂ ਅੱਖਾਂ ਦਾਨ ਹੁਣ ਤੱਕ ਕਰਵਾਈਆਂ ਨੇ। ਇਹ ਕਹਿ ਲਓ ਕਿ ਬੜਿਆਂ ਨੂੰ ਰੋਸ਼ਨ ਆਇਆ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ। ਸ਼ਾਰਟ ਦੇਖ ਕੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਅੱਜ ਅਸੀਂ ਕਿੱਥੇ ਪਹੁੰਚੇ ਹਾਂ। ਹੁਸ਼ਿਆਰਪੁਰ ਦੇ ਲਾਗੇ ਟਾਂਡਾ ਤੇ ਟਾਂਡੇ ਦੇ ਕੋਲ ਵਰਿੰਦਰ ਸਿੰਘ ਮਸੀਤੀ ਪਿਛਲੇ 20 ਸਾਲ ਤੋਂ ਉੱਤੋਂ ਅੰਗਦਾਨ ਦੇ ਲਈ, ਸਪੈਸ਼ਲੀ ਅੱਖਾਂ ਦਾਨ ਦੇ ਲਈ ਕੰਮ ਕਰ ਰਹੇ ਨੇ। ਕੰਮ ਤੇ ਕਰ ਰਹੇ ਨੇ, ਖਾਸ ਗੱਲ ਇਹ ਆ ਕਿ ਜਿੱਥੇ ਵੀ ਜਾਂਦੇ ਨੇ ਸਾਈਕਲ ਤੇ ਜਾਂਦੇ ਨੇ ਤੇ ਕਹਿ ਲਓ ਕਿ ਇਹ ਟਾਂਡੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਆ, ਹਰ ਕੋਈ ਇਹਨਾਂ ਨੂੰ ਜਾਣਦਾ। ਸੋ ਮੇਰੇ ਨਾਲ ਨੇ ਉਹ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਕਿੱਦਾਂ ਸੋਚਿਆ ਕਿ ਆਈ ਡੋਨੇਸ਼ਨ ਕਰਨੀ ਦਾ ਜਿਹੜਾ ਲੋਕਾਂ ਨੂੰ ਤੁਸੀਂ ਪ੍ਰੇਰਿਤ ਕਰਨਾ ਆ, ਕਿੱਦਾਂ ਮੋੜ ਆਇਆ ਜ਼ਿੰਦਗੀ ਦੇ ਵਿੱਚ, ਕਿੱਦਾਂ ਸ਼ੁਰੂਆਤ ਹੋਈ? ਤੁਹਾਨੂੰ 20 ਸਾਲ ਹੋ ਗਏ ਨੇ ਹੁਣ ਕਰਦਿਆਂ ਨੂੰ। ਮੈਨੂੰ ਭਾਈ ਕਨ੍ਹਈਆ ਟਰੱਸਟ ਦੇ ਪ੍ਰਧਾਨ ਸਰਦਾਰ ਉਜਵਲ ਸਿੰਘ ਜੀ ਨੇ ਇਸ ਕੰਮ ਵਾਸਤੇ ਪ੍ਰੇਰਿਤ ਕੀਤਾ ਵੀ ਤੁਸੀਂ ਸੇਵਾ ਕਰਿਆ ਕਰੋ ਲੋਕਾਂ ਦੀ। ਇਹਦੇ ਵਿੱਚ ਇਨਸਾਨੀਅਤ ਫਰਜ਼ ਬਣਦਾ ਸਾਡਾ ਸਾਰਿਆਂ ਦਾ। ਉਹਨਾਂ ਨੇ ਕਿਹਾ ਕਿ ਸਾਨੂੰ ਸਰੀਰਕ ਤੌਰ 'ਤੇ ਇਹ ਸੇਵਾ ਕਰਨੀ ਚਾਹੀਦੀ ਆ ਅਤੇ ਮੈਂ ਸਵੇਰੇ ਤਕਰੀਬਨ 8-9 ਵਜੇ ਤੋਂ ਕਰੀਬ ਸਾਈਕਲ ਦੇ ਉੱਤੇ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਦਾ, ਜਿਹਦੇ ਵਿੱਚ ਜਿਉਂਦੇ ਜੀ ਖੂਨਦਾਨ, ਮਰਨ ਤੋਂ ਉਪਰੰਤ ਅੱਖਾਂ ਦਾਨ, ਸਰੀਰ ਦਾਨ, ਅੰਗ ਦਾਨ ਕਰਨ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਅਸੀਂ ਜਾਗਰਤੀ ਲਿਆਉਂਦੇ ਹਾਂ। ਇਸ ਤਰ੍ਹਾਂ ਤੁਸੀਂ ਦੇਖ ਚੁੱਕੇ ਹੋਗੇ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਹੌਸਪੀਟਲਾਂ ਦੇ ਵਿੱਚ ਮੈਂ ਜਾ ਕੇ ਇਹ ਪ੍ਰਚਾਰ ਕਰਦਾ ਔਰ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮੈਂ ਕਰ ਰਿਹਾ ਕੰਮ ਜੀ। ਅੱਛਾ, ਨਹੀਂ ਮਤਲਬ ਅੱਛਾ, ਉਹਨਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ, ਉਹਨਾਂ ਨੇ ਤਾਂ ਕਿਹਾ ਵੀ ਦਾਨ ਪੁੰਨ ਕਰਿਆ ਕਰੋ ਜਾਂ ਚੰਗਾ ਕੰਮ ਕਰਿਆ ਕਰੋ। ਫਿਰ ਇਹ ਅੰਗਦਾਨ ਨਾਲ ਕਿਵੇਂ ਹੋਇਆ, ਕਿੱਦਾਂ ਝੁਕਾ ਆ ਗਿਆ ਅੰਗਦਾਨ ਨਾਲ? ਦੇਖੋ, ਇਨਸਾਨੀਅਤ ਸਾਡਾ ਫਰਜ਼ ਬਣਦਾ। ਜਿਹੜੀ ਚੀਜ਼ ਦੁਨੀਆ ਦੇ ਵਿੱਚ ਬਣੀ ਨਹੀਂ, ਅਸੀਂ ਉਹਨੂੰ ਜਲਾ ਰਹੇ ਹਾਂ। ਜਿਸ ਤਰ੍ਹਾਂ ਅੱਖਾਂ ਕਿਸੇ ਮੁਲਕ ਨੇ ਅੱਜ ਤੱਕ ਨਹੀਂ ਬਣੀਆਂ, ਨਾ ਖੂਨ ਕਿਸ ਤੋਂ ਅਜੇ ਤੱਕ ਇਹਨੇ ਬਣਾਇਆ ਗਿਆ। ਅਤੇ ਇਹ ਜਿਹੜੀ ਅੱਖਾਂ ਅਸੀਂ ਸਾੜਦੇ ਸੀ, ਸਾੜਦੇ ਸਾਡੇ ਮਨ ਦੇ ਵਿੱਚ ਖਿਆਲ ਹੈ ਜੇਕਰ ਅਗਰ ਇਹ ਅੱਖਾਂ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਕਿਸੇ ਦੀ ਉਹ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਬਣ ਸਕਦੀ ਆ। ਇਸ ਤੋਂ ਪ੍ਰੇਰਿਤ ਹੋ ਕੇ ਮੈਂ ਉਜਵਲ ਸਿੰਘ ਹੋਣਾ ਤੋਂ ਇਸ ਕੰਮ ਦੇ ਵਿੱਚ ਮੈਂ ਕਰਨਾ ਸ਼ੁਰੂ ਕੀਤਾ। ਸਾਡੀ ਜਿਹੜੀ ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਿਆਰਪੁਰ ਆ, ਉਹ 2000 ਸੰਨ ਤੋਂ ਅਸੀਂ ਸ਼ੁਰੂਆਤ ਹੋਏ ਹਾਂ ਜੀ, ਹੋਲੀ ਵਾਲੇ ਦਿਨ ਤੋਂ ਹੋਏ ਹਾਂ। ਜਿਨ੍ਹਾਂ ਦੇ ਪ੍ਰਧਾਨ ਸੀ ਪ੍ਰੋਫੈਸਰ ਬਹਾਦਰ ਸਿੰਘ ਸਨੇਤ ਅਤੇ ਸਕੱਤਰ ਸੀ ਜਸਵੀਰ ਸਿੰਘ ਜੀ ਅਤੇ ਸਾਡੇ ਡਾਕਟਰ ਟਾਂਡੇ ਤੋਂ ਕੇਵਲ ਸਿੰਘ ਅਤੇ ਇਹਨਾਂ ਦੇ ਨਾਲ ਹੋਰ ਸਮੂਹ ਟੀਮ ਦੇ ਨਾਲ ਮੈਂ ਇਹ ਕੰਮ ਟਾਂਡੇ ਤੋਂ ਕਰ ਰਿਹਾ ਜੀ। ਅਸੀਂ 29 ਪਰਿਵਾਰਾਂ ਦੀਆਂ ਟਾਂਡਾ ਬਲਾਕ, ਭੁੰਗਾ ਬਲਾਕ ਅਤੇ ਭੋਗਪੁਰ ਬਲਾਕ ਤੋਂ ਜਾ ਕੇ ਵੀ ਇਹ ਅੱਖਾਂ ਦਾਨ ਕਰਵਾਈਆਂ ਜੀ ਔਰ ਫ੍ਰੀ ਸੇਵਾ ਅਸੀਂ ਕਰ ਰਹੇ ਹਾਂ, ਕਿਉਂਕਿ ਸਾਡਾ ਇਨਸਾਨੀਅਤ ਫਰਜ਼ ਬਣਦਾ ਅਸੀਂ ਮਨੁੱਖੇ ਜੀ ਲੋਕਾਂ ਦੀ ਭਲਾਈ ਦੇ ਲਈ ਇਹ ਕੰਮ ਕਰ ਸਕੀਏ। ਅੱਛਾ ਬਾਬਾ ਜੀ, ਜਦੋਂ ਤੁਸੀਂ ਫ੍ਰੀ ਸੇਵਾ ਕਹਿੰਦੇ ਆ, ਪਰਿਵਾਰ 'ਚ ਕੌਣ ਕੌਣ ਆ ਪਹਿਲਾਂ ਤਾਂ ਇਹ ਦੱਸੋ। ਪਰਿਵਾਰ ਦੇ ਵਿੱਚ ਜੀ ਮੇਰੇ ਕੀ ਨਾਂ ਆ, 2 ਬੇਟੀਆਂ ਹੀ ਆ ਜੀ। ਲੜਕੀ ਆਪਣੇ ਮੇਰੀ ਘਰ ਵਾਲੀ ਦੀ ਡੈਥ ਕੁਦਰਤੀ ਹੋ ਚੁੱਕੀ ਸੀ ਅਤੇ ਮੇਰੇ ਮਾਂ ਬਾਪ ਵੀ ਮੈਨੂੰ ਛੱਡ ਚੁੱਕੇ, ਸਾਰੇ ਭਰਾ ਵੀ, ਅਤੇ ਇੱਕ ਮੇਰੀ ਭਰਜਾਈ ਆ। ਅਤੇ ਜੋ ਮਾਲਕ ਦਾ ਹੁਕਮ ਆ ਉਹਦੇ ਉੱਤੇ ਮੈਂ ਪਹਿਰਾ ਦੇ ਰਿਹਾ ਜੀ। ਅੱਛਾ, ਫਿਰ ਜਿੱਦਾਂ ਹੁਣ ਤੁਸੀਂ ਕਮਾਊ ਹੈ ਨਹੀਂ ਘਰੇ ਕੋਈ, ਅਤੇ ਫਿਰ ਕਮਾਈ ਦਾ ਸਾਧਨ ਕਿਹੜਾ ਆ ਘਰ? ਦੇਖੋ, ਇਹ ਤਾਂ ਪ੍ਰਮਾਤਮਾ ਹੀ ਜੀ ਜਾਣਦਾ, ਕਿਉਂਕਿ ਮੇਰੀ ਬੇਟੀ ਥੋੜ੍ਹੇ ਬਹੁਤੇ ਪੈਸੇ ਲੈਂਦੇ। ਬਾਕੀ ਮੇਰੀ ਕੋਈ ਨਾ ਤਾਂ ਹੈਗੀ ਪੈਨਸ਼ਨ, ਨਾ ਮੈਂ ਕੋਈ ਸਰਕਾਰੀ ਕੰਮ ਕੀਤਾ। ਇੱਕ ਸਾਈਕਲਾਂ ਦੀ ਦੁਕਾਨ ਪਹਿਲਾਂ ਕਰਦਾ ਹੁੰਦਾ ਸੀ, ਫਿਰ ਧਾਰਮਿਕ ਕੈਸਟਾਂ ਦੇ ਉੱਤੇ ਰੁਚੀ ਹੌਲੀ ਹੌਲੀ ਵਧੀ ਮੇਰੀ। ਉਸ ਤੋਂ ਬਾਅਦ ਫਿਰ ਮੈਨੂੰ ਮਹਾਂਪੁਰਸ਼ਾਂ ਨੇ ਕਈ ਬਚਨ ਕੀਤੇ ਆ ਵੀ ਤੂੰ ਸਾਰੀ ਜ਼ਿੰਦਗੀ ਦੇ ਇਸੇ ਕੰਮ ਜੇ ਤੇਰੀ ਲੰਘ ਜਾਏਗੀ, ਕੋਈ ਸਮਾਜ ਦੇ ਵਿੱਚ ਵੀ ਸੇਵਾ ਕਰ ਲੈ।
ਤੇ ਉਹ ਮੈਂ ਸੇਵਾ ਨੂੰ ਨਿਭਾਉਂਦਿਆਂ ਹੋਇਆਂ ਅੱਜ ਤੁਹਾਡੇ ਨਾਲ ਰੂਬਰੂ ਹੋਇਆਂ। ਅੱਛਾ, ਉਮਰ ਕਿੰਨੀ ਹੋ ਗਈ ਹੁਣ? ਉਮਰ ਮੇਰੀ ਜੀ 18 8 60 ਦਾ 61 ਸਾਲ ਦੀ ਉਮਰ ਮੇਰੀ ਹੋ ਚੁੱਕੀ ਆ, ਔਰ ਸਾਈਕਲ ਦੇ ਉੱਤੇ ਤਕਰੀਬਨ ਮੈਂ ਮਨਪਸੰਦੀ ਸਮਝ ਲਓ ਜਾਂ ਮੇਰੇ ਕੋਲ ਸਮਝ ਲਓ ਵੀ ਹੈ ਹੀ ਇਹ ਆ, ਤੇ ਮੈਂ ਇਹ ਸੇਵਾ ਕਰ ਰਿਹਾ। ਇੱਕ ਤਾਂ ਇਹਦੇ ਵਿੱਚ ਮੈਨੂੰ ਇਹ ਫਾਇਦਾ ਹੋ ਰਿਹਾ, ਕੋਈ ਪ੍ਰਦੂਸ਼ਣ ਨਹੀਂ, ਮੈਂ ਕਿਸੇ ਦਾ ਕੋਈ ਖਰਾਬ ਨਹੀਂ ਕਰ ਰਿਹਾ, ਤੇ ਬਾਕੀ ਕੋਈ ਖਰਚਾ, ਤੇਲ ਖਰਚਾ ਨਹੀਂ ਹੁੰਦਾ। ਤੁਸੀਂ ਦੇਖਦੇ ਹੀ ਹੋ ਵੀ ਪੈਟਰੋਲ ਕਿੰਨਾ ਮਹਿੰਗਾ ਹੋ ਗਿਆ, ਜੇ ਮੈਂ ਕਰਾਂ ਤੇ ਕਿੱਥੋਂ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗਾ। 30 ਕਿਲੋਮੀਟਰ ਤਾਂ ਮੇਰਾ ਐਵਰੇਜ ਹੈ ਹੀ ਹੈ ਨਾ, ਮੈਂ ਜਿਹੜੀ ਮੈਂ ਕਰਨੀ ਚਾਹੁੰਦਾ, ਲੱਖਾਂ ਕਿਲੋਮੀਟਰ ਮੈਂ ਕਰ ਚੁੱਕਾ ਹੁਣ ਤੱਕ। ਤੇ ਇਹਦੇ ਵਿੱਚ ਮੇਰੀ ਪੰਜਾਬ ਸਰਕਾਰ ਨੇ ਇਸ ਸੇਵਾ ਨੂੰ ਦੇਖਦਿਆਂ ਹੋਇਆਂ 2015 ਦੇ ਵਿੱਚ 15 ਅਗਸਤ ਨੂੰ ਉਪ ਮੰਡਲ ਦਸੂਹਾ ਵਿਖੇ ਆਪਣੇ SDM ਉਦੋਂ ਸੀ ਬਲਜਿੰਦਰ ਸਿੰਘ ਤੇ ਦੇਸਰਾਜ ਤੁੱਗਾ ਜੀ ਨੇ ਮੈਨੂੰ ਸਨਮਾਨਿਤ ਕੀਤਾ ਇਸ ਸਰਕਾਰ ਵੱਲੋਂ, ਤੇ 2018 ਦੇ ਵਿੱਚ ਮੈਨੂੰ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਦੇ ਵਿੱਚ ਵੀ ਮੈਨੂੰ ਸਨਮਾਨਿਤ ਕੀਤਾ ਗਿਆ। ਹੁਣ ਮੈਂ ਪੰਜਾਬ ਸਰਕਾਰ ਤੋਂ ਬੜਾ ਖੁਸ਼ ਹਾਂ, ਉਹਨਾਂ ਨੇ ਮੇਰਾ ਜਿਹੜਾ ਸਟੇਟ ਅਵਾਰਡ ਵਾਸਤੇ ਮੈਨੂੰ ਚੁਣਿਆ ਗਿਆ, ਔਰ ਲੈਟਰ ਮੇਰੇ ਕੋਲ DC ਸਾਹਿਬ ਨੇ ਵੀ ਮੈਨੂੰ ਉਹ ਦੇ ਦਿੱਤਾ। ਬੜੇ ਸਤਿਕਾਰਯੋਗ DC ਸਾਹਿਬ ਸਾਡੇ, ਉਹਨਾਂ ਨੇ ਕਿਹਾ ਤੁਹਾਡੀ ਸੇਵਾ ਜਿਹੜੀ ਆ ਬਹੁਤ ਅੱਛੀ ਦੀ ਕਰ ਰਹੇ ਆ, ਇਹਦਾ ਫਲ ਤੁਹਾਨੂੰ ਮਿਲ ਗਿਆ। ਤੇ ਹੁਣ ਸਰਕਾਰ ਨੇ, ਉਹਨਾਂ ਨੇ ਇਹ ਵਿੱਚ ਲਿਖਿਆ ਲੈਟਰ ਦੇ ਵਿੱਚ ਵੀ ਤੁਹਾਡੀ ਜਿਹੜੀ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਜੋ ਮਨਜ਼ੂਰੀ ਮਿਲੇਗੀ ਸਰਕਾਰ ਤੁਹਾਨੂੰ ਉਹ ਦੇਵੇਗੀ। ਵਾਕਈ ਬਹੁਤ ਇਹ ਤਾਂ ਹੈ ਕਿ ਬਹੁਤ ਚੰਗੀ ਗੱਲ ਆ। ਪਰ ਜਦੋਂ ਹੁਣ ਆਪਾਂ ਸ਼ੁਰੂਆਤ ਦੀ ਕਰਦੇ ਹਾਂ, ਤੁਸੀਂ ਕਹਿੰਦੇ ਕਿ ਸਾਡੇ ਨਾਲ ਡਾਕਟਰ ਕੇਵਲ ਸਿੰਘ ਜਦੋਂ ਮਿਲੇ ਵੀ ਆ ਉਹਨਾਂ ਨੂੰ, ਉਹ ਕਹਿੰਦੇ ਆ ਕਿ ਤੁਸੀਂ ਕਿਸੇ ਦਾ ਭੋਗ ਹੋਵੇ, ਕਿਸੇ ਦੇ ਵਿਆਹ ਹੋਵੇ, ਕਿਸੇ ਦੀ ਸ਼ਾਦੀ ਹੋਵੇ, ਤੁਸੀਂ ਉੱਥੇ ਵੀ ਜੇ ਤੁਹਾਨੂੰ ਮੌਕਾ ਮਿਲਦਾ ਹੈ ਨਾ, ਤਾਂ ਤੁਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਆ, ਪ੍ਰੇਰਿਤ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਕਦੀ ਕੋਈ ਇੱਦਾਂ ਦਾ ਮੌਕਾ ਆਇਆ ਕਿ ਲੋਕ ਕਹਿੰਦੇ ਕਿ ਯਾਰ ਇਹ ਤਾਂ ਹਰ ਥਾਂ ਹੀ ਸ਼ੁਰੂ ਹੋ ਜਾਂਦਾ, ਕਦੀ ਕਿਦਾਂ ਕਿਸੇ ਨੇ ਕਿਹਾ? ਸਾਰੇ ਉਹ ਕਹਿੰਦੇ ਤੇ ਸਾਰੇ ਹੈਗੇ, ਇਹ ਇੱਕ ਸਿਫਤ ਕਰ ਦਿੰਦੇ ਆ ਵੀ ਜਿੱਥੇ ਵੀ ਕੋਈ ਲੋੜ ਹੁੰਦੀ ਹੈ ਇਹ ਪਹੁੰਚ ਜਾਂਦਾ ਜ਼ਰੂਰ। ਇਨਸਾਨੀਅਤ ਫਰਜ਼ ਆ ਜੀ, ਪਰਮਾਤਮਾ ਦੀ ਇੱਥੇ ਕਿਰਪਾ ਜ਼ਰੂਰ ਆ। ਇਹ ਆਪਸ ਵਿੱਚ ਉਹ ਗੱਲਾਂ ਜ਼ਰੂਰ ਮੈਂ ਕਰਦੇ ਸੁਣਦੇ ਆ, ਪਰ ਜਿਹੜੇ ਕੋਈ ਚੀਜ਼ ਚੰਗਾ ਕਰਮ ਕਰੋ, ਚੰਗਾ ਫਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਜੀ। ਅੱਛਾ, ਇਹ ਵੀ ਸੁਣਿਆ ਸੀ ਡਾਕਟਰ ਅਸੀਂ ਕੇਵਲ ਹੋਣਾ ਤੋਂ ਕਿ ਤੁਹਾਡੀ ਗੱਲ ਕੋਈ ਮੋੜਦਾ ਨਹੀਂ ਹੈ, ਬਾਕੀ ਗੱਲ ਸਹੀ ਹੈ? ਬਾਕੀ ਸਰ ਮੈਨੂੰ ਇਸ ਸਮੇਂ ਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਡਾਕਟਰ ਸਾਹਿਬਾਨ ਵੀ ਆ, ਪੰਜਾਬ ਪੁਲਿਸ ਵੀ ਮੇਰੇ ਨਾਲ ਆ, ਔਰ ਕੋਈ ਮੈਨੇਜਰ ਸਾਹਿਬ ਵੀ ਬੈਂਕਾਂ ਦੇ ਵੀ ਆ, ਸਕੂਲਾਂ ਦੇ ਟੀਚਰ, ਪ੍ਰਿੰਸੀਪਲ, ਸਾਰੇ ਬੱਚੇ, ਇਹ ਸਾਰਿਆਂ ਨੇ ਮੇਰੇ ਤੋਂ ਫਾਰਮ ਭਰਾਏ ਆ ਜੀ, ਔਰ ਭਰਾ ਵੀ ਰਹੇ ਆ, ਔਰ ਜਾਗਰਤੀ ਲਿਆ ਰਹੇ ਆ। ਜਿੱਦਾਂ ਡਾਕਟਰ ਸਾਹਿਬ ਨੇ ਸਾਨੂੰ ਕਿਹਾ ਵੀ ਕਰੋਨਾ ਕਾਰਨ ਕੁਝ ਸਮਾਂ ਪਹਿਲਾਂ ਅਸੀਂ ਅੱਖ ਨਹੀਂ ਲੈ ਸਕਦੇ ਸੀ, ਹੁਣ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਇਹ ਅਪੀਲ ਕਰਾਂਗੇ ਹੱਥ ਜੋੜ ਕੇ ਵੀ ਸਾਨੂੰ ਥੋੜ੍ਹਾ ਜਿਹਾ ਸਮਾਂ ਹੋਰ ਦਿੱਤਾ ਜਾਵੇ, ਕੋਈ ਨੇਤਰਹੀਣਤਾ ਜਿਹੜੀ ਆ ਆਪਣੇ ਦੇਸ਼ ਦੇ ਵਿੱਚੋਂ ਖਤਮ ਕੀਤੀ ਜਾਵੇ। ਖਤਮ ਤਾਂ ਇਹ ਤਾਂ ਹੀ ਹੋਣੀ ਆ ਜੇ ਸਾਨੂੰ ਅੱਖ ਦਾਨ ਹੋਏਗੀ। ਅੱਛਾ, ਜਦੋਂ ਹੁਣ ਚਲੋ ਅੱਖ ਦਾਨ ਤੇ ਹੁੰਦੀ ਆ, ਬਾਕੀ ਅੰਗ ਦਾਨ ਵੀ ਕਰਾਇਆ ਕਦੀ? ਕੀ ਇਕੱਲੀਆਂ ਅੱਖਾਂ ਕਦੀ ਕਰਾਈਆਂ? ਜੀ 4 ਬੌਡੀਆਂ ਆਪਣੇ ਇਸ ਟਾਂਡਾ ਬਲਾਕ ਦੇ ਵਿੱਚੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੀ ਦੇ ਕੇ ਆਏ ਆ, ਤੇ ਜਲੰਧਰ ਵੀ ਅਸੀਂ ਦੇ ਕੇ ਆਏ ਆ, ਜਿੱਥੇ ਉਹ ਬੱਚਿਆਂ ਨੂੰ ਜਿੱਥੇ ਮੈਡੀਕਲ ਦੇ ਵਿੱਚ ਸਹੂਲਤ ਵਾਸਤੇ ਵੀ, ਜਿੱਦਾਂ ਹੱਡੀਆਂ ਨੂੰ ਤੇ ਦੂਸਰੇ ਡਾਕਟਰ ਜਿੰਨੇ ਵੀ ਡਾਕਟਰ ਮਤਲਬ ਇੱਕ ਦਿਮਾਗੀ ਤੌਰ ਤੇ ਕੰਮ ਕਰ ਰਹੇ ਹਨ ਦੇਖਣ ਵਾਸਤੇ, ਉੱਥੇ ਇਹ ਬੌਡੀਆਂ ਵੀ ਦਿੱਤੀਆਂ ਸੀ। ਜਿਹੜੀਆਂ ਅੱਖਾਂ ਹੈਗੀਆਂ ਉਹ ਪਹਿਲਾਂ ਅਸੀਂ ਆਪਣੇ ਬੌਡੀ ਨੂੰ ਖੜਨ ਤੋਂ ਪਹਿਲਾਂ ਜਿਹੜੀਆਂ ਉਹ ਦਾਨ ਕਰਾਉਣੀਆਂ ਜੀ। ਅੱਛਾ, ਹੁਣ ਕਿੰਨੇ ਹੁਣ ਤੱਕ ਕਿੰਨੀਆਂ ਅੱਖਾਂ ਦਾਨ ਹੋ ਗਈਆਂ? ਕਿੰਨੇ ਪਰਿਵਾਰਾਂ ਨੂੰ ਅੱਖਾਂ ਮਿਲੀਆਂ? ਕਿੰਨੇ ਲੋਕਾਂ ਨੂੰ ਅੱਖਾਂ ਮਿਲੀਆਂ? ਦੇਖੋ, ਜਿਸ ਤਰ੍ਹਾਂ ਸਾਡੀ ਐਸੋਸੀਏਸ਼ਨ ਆ ਆਈ ਡੋਨੇਸ਼ਨ ਹੁਸ਼ਿਆਰਪੁਰ ਆ, ਅਸੀਂ 1050 ਦੇ ਕਰੀਬ ਅੱਖਾਂ ਦਾਨ ਇਹ ਕਰਵਾ ਚੁੱਕੇ ਹਾਂ, ਅੱਖਾਂ ਹੀ ਦਾਨ ਕਰਾਈਆਂ ਜੀ, ਤੇ ਜਿਹੜੀਆਂ ਇਹ ਨੇਤਰਹੀਣਾਂ ਨੂੰ ਲੱਗੀਆਂ। ਔਰ ਪੰਜਾਬ ਸਰਕਾਰ ਦੇ ਮੈਡੀਕਲ ਕਾਲਜ ਆ, ਜਿੱਦਾਂ ਪਟਿਆਲਾ, ਅੰਮ੍ਰਿਤਸਰ, PGI ਚੰਡੀਗੜ੍ਹ ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਅਸੀਂ ਅੰਮ੍ਰਿਤਸਰ ਦੇ ਵਿੱਚ ਅੱਖ ਦਿੰਦੇ ਆ, ਔਰ ਸਰਕਾਰ ਵੱਲੋਂ ਇਹ ਅੱਖਾਂ ਸਾਰੀਆਂ ਨੇਤਰਹੀਣਾਂ ਨੂੰ ਫ੍ਰੀ ਲਗਾਈਆਂ ਗਈਆਂ। ਔਰ ਇੱਥੇ ਇੱਕ ਖੁਸ਼ੀ ਦੀ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਵੀ ਸਾਡੀ ਪੰਜਾਬ ਸਰਕਾਰ ਨੇ ਆਪਣੇ ਦੇਸ਼ ਦੇ ਕਿਸੇ ਵੀ ਸੂਬੇ ਤੋਂ ਸਾਡੇ ਨੇਤਰਹੀਣ ਵਿਅਕਤੀ ਆਇਆ ਹੋਵੇ, ਉਹਦੀ ਵੀ ਅੱਖ ਸਰਕਾਰ ਨੇ ਮੁਫਤ ਦੇ ਵਿੱਚ ਪਾਈ ਹੈ ਜੀ। ਜਿਹੜੀਆਂ ਅੱਖਾਂ ਤੁਸੀਂ ਡੋਨੇਟ ਕਰਕੇ ਆਉਂਦੇ ਆ, ਅੱਛਾ ਕੋਈ ਅੰਕੜਾ ਹੈਗਾ ਵੀ ਕਿੰਨਿਆਂ ਨੂੰ ਰੋਸ਼ਨੀ ਮਿਲ ਗਈ ਹੁਣ? ਅੰਕੜਾ ਤਾਂ ਜੀ ਉਹ ਵੱਡੇ ਹੀ ਦੱਸ ਸਕਦੇ ਆ, ਅਸੀਂ ਤਾਂ ਸਿਰਫ ਇਹੀ ਦੱਸ ਸਕਦੇ ਵੀ ਸਾਨੂੰ ਇਹ ਵੀ ਇੱਕ ਹਦਾਇਤ ਆ ਵੀ ਜਿਹੜੀ ਤੁਸੀਂ ਅੱਖ ਲੈਣੀ ਹੈ ਨਾ, ਉਹ ਕਿਸੇ ਨੂੰ ਤੁਸੀਂ ਦੱਸਣੀ ਨਹੀਂ, ਕਿਸੇ ਪਰਿਵਾਰ ਦੇ ਮੈਂਬਰ ਨੂੰ ਦੱਸਣੀ। ਤੁਸੀਂ ਦਾਨ ਕਰਵਾਤੀ ਆ, ਅਸੀਂ ਉਹ ਲਾਉਣੀ ਆ, ਤੇ ਉਹ ਡਾਕਟਰ ਸਾਹਿਬ ਦੇ ਕੋਲ ਹੀ ਸਾਰਾ ਰਿਕਾਰਡ ਹੁੰਦਾ। ਮੇਰਾ ਤਾਂ ਸਿਰਫ ਅੱਖ ਲੈਣੀ ਆ ਤੇ ਅਸੀਂ ਉਹ ਭੇਜਣੀ ਹੈ ਜੀ। ਤੇ ਇਹਦੇ ਵਿੱਚ ਜਿਹੜੇ ਨੇਤਰਦਾਨੀ ਪਰਿਵਾਰ ਆ, ਕਈ ਦਾ ਤੁਹਾਨੂੰ ਕਹਿੰਦੇ ਰਹੇ ਸੀ, ਪਰ ਹੁਣ ਸਮਝ ਗਏ ਵੀ ਜੋ ਕਰ ਰਹੇ ਆ ਅਸੀਂ ਤਾਂ ਦਾਨ ਕਰਨੀ ਸੀ, ਉਹ ਕਰ ਦਿੱਤੀ ਹੈ। ਜਿੱਥੇ ਇਹਨਾਂ ਨੇ ਲਗਾਉਣੀ ਸੀ, ਇਹਨਾਂ ਦੀ ਖੁਸ਼ੀ ਹੈ ਜਿੱਥੇ ਵੀ ਉਹ ਲਗਾਉਂਦੇ ਆ। ਅੱਛਾ ਮਸੀਤੀ ਸਾਹਿਬ, ਇੱਕ ਗੱਲ ਇਹ ਵੀ ਆ ਕਿ ਇੱਥੇ ਪੰਜਾਬ ਦੇ ਵਿੱਚ ਕਹਿ ਲਓ ਜਾਂ ਪੂਰੇ ਭਾਰਤ ਦੇ ਵਿੱਚ ਕਹਿ ਲਓ ਨਾ, ਇਹ ਗੱਲ ਬੜੀ ਕਹਿ ਲਓ ਕਿ ਵਹਿਮ ਆ ਜਾਂ ਪਤਾ ਨਹੀਂ ਕੀ ਆ, ਕਹਿੰਦੇ ਕਿ ਜੇ ਤੁਸੀਂ ਅੱਖ ਦਾਨ ਕਰ ਦਿੰਦੇ ਆ, ਅੰਨੇ ਹੋ ਕੇ ਮਰਦੇ ਹੋ, ਤੇ ਤੁਸੀਂ ਅਗਲੇ ਜਨਮ 'ਚ ਅੰਨੇ ਹੋ ਜਾਂਦੇ ਆ। ਹਾਂਜੀ ਸਰ, ਸੁਣਨੇ ਦੇ ਵਿੱਚ ਆਇਆ ਸੀ, ਸਾਨੂੰ ਬਹੁਤ ਇਹਦਾ ਕੀ ਨਾ ਟਕਰਾਅ ਕਰਨਾ ਪਿਆ, ਪਰ ਅਸੀਂ ਇਹਦੇ ਵਿੱਚ ਕਈ ਮਹਾਂਪੁਰਸ਼ਾਂ ਦੀਆਂ ਵੀ ਅੱਖਾਂ ਦਾਨ ਕਰਵਾਈਆਂ। ਕਾਫੀ ਆਦਮੀਆਂ ਨੇ ਅੱਖਾਂ ਦਾਨ ਕੀਤੀਆਂ, ਜਿਹੜੇ ਮਹਾਂਪੁਰਸ਼ ਸੀਗੇ ਉਹਨਾਂ ਨੇ ਇਹਨੂੰ ਸਾਥ ਦਿੱਤਾ ਜੀ। ਇੱਕ ਉਹਨਾਂ ਨੇ ਚੱਲਣ ਦੇ ਉੱਤੇ ਅੱਖ ਉਹਨਾਂ ਨੇ ਦਾਨ ਕਰਾਤੀ, ਉਹਦੇ ਪਿੱਛੇ ਲਾ ਕੇ ਲੋਕਾਂ ਨੇ ਸਾਨੂੰ ਹੋਰ ਸਹੂਲਤ ਦੇ ਦਿੱਤੀ। ਮਤਲਬ
ਇਹ ਕਰਾਂਗੇ, ਜੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਤਾਂ ਸਾਨੂੰ ਕੀ ਖਾਊਗਾ। ਇੱਕ ਵਹਿਮ ਆ ਸਾਡੇ ਮਨ ਦੇ ਅੰਦਰ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਚੈਨਲ ਦੇ ਥਰੂ, ਜਿਹੜੀ ਅੱਖ ਜਿਹੜੀ ਆ 6 ਔਰ 8 ਘੰਟੇ ਦੇ ਵਿੱਚ ਅਸੀਂ ਦਾਨ ਕਰਾਉਂਦੇ ਆ, ਔਰ 40 ਘੰਟੇ ਕਹਿੰਦੇ ਅੱਖਾਂ ਦੇ ਵਿੱਚ ਰੌਸ਼ਨੀ ਰਹਿੰਦੀ ਆ। ਜੇ ਅਗਰ ਰੌਸ਼ਨੀ ਉਹ ਰਹਿ ਰਹੀ ਆ ਤੇ ਫਿਰ ਅਸੀਂ ਉਹਨੂੰ ਜੀਂਦੀ ਅੱਖ ਨੂੰ ਜਲਾ ਰਹੇ ਆ, ਫਿਰ ਪੁੰਨ ਕਰ ਰਹੇ ਆ? ਨਹੀਂ ਕਰ ਰਹੇ ਹਨ ਪੁੰਨ। ਇਸ ਕਰਕੇ ਜਿਹੜੇ ਪਬਲਿਕ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਕੀ ਨਾ ਵੀ ਗੱਲ ਠੀਕ ਕਹਿੰਦੇ ਆ, ਤਾਂ ਫਿਰ ਉਹ ਸਾਡੇ ਨਾਲ ਵੱਧ ਤੋਂ ਵੱਧ ਸਾਥ ਦਿੰਦੇ ਆ। ਹੁਣ ਜਿਹਦੀ ਗੱਲ ਆ ਵੀ ਸਾਨੂੰ ਕਰੋਨਾ ਕਾਰਨ ਅੱਖ ਅਸੀਂ ਨਹੀਂ ਲੈ ਰਹੇ, ਪਰ ਕਾਲਾਂ ਤਾਂ ਮੈਨੂੰ ਉਦੋਂ ਤੋਂ ਆ ਰਹੀਆਂ। ਮੇਰੇ ਤੇ ਕੋਈ ਕਰੋਨਾ ਦਾ ਅਸਰ ਨਹੀਂ ਸਰ ਹੋਇਆ ਪਰਮਾਤਮਾ ਦੇ ਤੌਰ ਤੇ। ਮੈਂ ਤਾਂ ਰੋਜ਼ 30 ਕਿਲੋਮੀਟਰ ਸਾਈਕਲ ਦੇ ਉੱਤੇ ਸਫ਼ਰ ਕਰਦਾ ਹੀ ਹਾਂ। ਮੈਂ ਆਪਣਾ ਪ੍ਰਚਾਰ ਜ਼ਰੂਰ ਕਰਦਾ। ਕੋਈ ਹੁਣ ਅੱਖ ਦਾਨ ਕਰਾਵੇ ਜਾਂ ਨਾ ਕਰਾਵੇ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ, ਪਰ ਮੇਰਾ ਪ੍ਰਚਾਰ ਦੱਸ ਬੰਦਾ। ਕਿੰਨੇ ਵਜੇ ਨਿਕਲਦੇ ਹੋ ਸਵੇਰੇ ਘਰੋਂ? ਮੈਂ ਜੀ 9 ਵਜੇ ਨਿਕਲ ਜਾਂਦਾ, 5 ਵੱਜ ਜਾਂਦੇ ਮੈਨੂੰ। 5 ਵਜੇ ਵਾਪਸ? ਮੈਂ ਘਰ ਜਾਣਾ ਹੀ ਪੈਣਾ, ਫਿਰ ਰੋਟੀ ਤਾਂ ਫਿਰ ਖਾਣੀ ਹੈ ਸਰ। ਅੱਛਾ, ਇਹ ਵੀ ਗੱਲ ਆ ਕਿ ਇਹ ਹੁਣ ਦਾਨ ਵੀ ਹੁੰਦਾ ਆ। ਕਿਹੜੇ ਮਹਾਪੁਰਸ਼ ਨੇ ਦਾਨ ਕਰਾਇਆ ਸੀ, ਤੁਸੀਂ ਦੱਸ ਸਕਦੇ ਹੋ ਨਾਮ ਵੀ? ਦੇਖੋ, ਇਹਦੇ ਵਿੱਚ ਸਾਨੂੰ 1050 ਅੱਖਾਂ ਦਿੱਤੀਆਂ। ਛੋਟੇ ਤੋਂ ਛੋਟੇ ਬੰਦੇ ਨੇ ਵੀ ਦਾਨ ਕਰਾਈਆਂ। ਵੱਡਾ ਛੋਟਾ ਤੇ ਇਹਦੇ ਵਿੱਚ ਅਸੀਂ ਦੇਖਦੇ ਕੋਈ ਨਹੀਂ, ਨਾ ਲਾਉਣ ਲੱਗੇ ਦੇਖਦੇ ਹਾਂ, ਨਾ ਫਿਰ ਦਾਨ ਕਰਨ ਲੱਗੇ। 110 ਸਾਲ ਦੀ ਉਮਰ ਤੱਕ ਵੀ ਅਸੀਂ ਅੱਖਾਂ ਲੈ ਲਈਆਂ। ਅੱਛਾ, ਜਦੋਂ ਤੁਹਾਨੂੰ ਫੋਨ ਆਉਂਦਾ ਤਾਂ ਫਿਰ ਪਹਿਲੀ ਗੱਲ ਕੀ ਕਰਦੇ ਹੋ? ਜਦੋਂ ਹੁਣ ਫੋਨ ਆ ਗਿਆ ਜੀ ਫਲਾਣੇ ਨੇ, ਪਹਿਲਾਂ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਵੀ ਸਾਨੂੰ ਕੁਝ ਗਾਈਡੈਂਸ ਹੈਗੀ ਆ, ਜਿੱਦਾਂ ਕੈਂਸਰ ਕਰਕੇ ਹੋਵੇ ਜਾਂ ਕੋਈ ਸੱਪ ਲੜ ਕੇ ਹੋਵੇ ਜਾਂ ਕੋਈ ਹੋਰ ਤਿੰਨ ਗੱਲਾਂ ਹੈਗੀਆਂ ਸਾਡੀਆਂ, ਉਹਦੇ ਕਾਰਨ ਕਿਤੇ ਮੌਤ ਨਾ ਪੀਲੀਆ ਕਰਕੇ ਨਾ ਹੋਈ ਹੋਵੇ, ਤੇ ਇਹ ਅੱਖ ਅਸੀਂ ਨਹੀਂ ਲੈ ਸਕਦੇ। ਜਿਹੜੀ ਇਹ ਤੋਂ ਰਹਿਤ ਹੈ ਸਧਾਰਨ ਮੌਤ ਹੋ ਜਾਏ ਉਹ ਅੱਖ ਲੈ ਸਕਦੇ ਹਾਂ, ਜਾਂ ਆਪਰੇਸ਼ਨ ਕਰਾਇਆ ਹੋਵੇ ਉਹ ਅੱਖ ਅਸੀਂ ਲੈ ਸਕਦੇ ਹਾਂ। ਅੱਛਾ, ਡਾਇਬੀਟਿਕ ਪੇਸ਼ੈਂਟ, ਸ਼ੂਗਰ ਮਰੀਜ਼ ਦੀ ਤੁਸੀਂ ਅੱਖ ਲੈ ਸਕਦੇ? ਨਹੀਂ ਲੈ ਸਕਦੇ ਸਰ, ਉਹਦੀ ਵੀ ਅੱਖ ਨਹੀਂ ਲੈ ਸਕਦੇ ਜਿਹੜੇ ਕਹਿੰਦੇ ਉਹ ਨਹੀਂ ਲੈ ਸਕਦੇ। ਤੇ ਬਾਕੀ ਜਿਹੜੀ ਹੈਗੀ ਬਾਕੀ ਅਸੀਂ ਲੈਂਦੇ। ਬਾਕੀ ਇਸ ਬਾਰੇ ਡਾਕਟਰ ਸਾਹਿਬ ਨੂੰ ਪਤਾ ਹੁੰਦਾ, ਡਾਕਟਰ ਕੇਵਲ ਸਿੰਘ ਨੂੰ, ਉਹਨਾਂ ਨੇ ਜਾਣਾ। ਮੇਰਾ ਤਾਂ ਕੰਮ ਇੱਕ ਝੋਲਾ ਚੱਕ ਕੇ ਦੇ ਨਾਲ ਉਹਨਾਂ ਦੀ ਸੇਵਾ ਹੀ ਕਰਨੀ ਆ, ਤੇ ਉਹ ਮੈਂ ਇਨਸਾਨੀਅਤ ਤੌਰ ਤੇ ਕਰ ਰਿਹਾ। ਅੱਛਾ, ਦਿਮਾਗ 'ਚ ਕੀ ਚੱਲਦਾ ਹੁੰਦਾ ਜਦੋਂ ਤੁਸੀਂ ਜਾਂਦੇ ਹੋ, ਕਿਸੇ ਦੇ ਘਰ ਜਾਂਦੇ ਹੋ? ਕਦੀ ਕਦੀ ਔਖਾ ਹੁੰਦਾ, ਭਾਵਕ ਹੁੰਦਾ ਕੋਈ? ਮੈਂ ਘਰੋਂ ਚੱਲ ਜਾਂਦਾ ਸਾਈਕਲ ਆ ਪੈਡਲ ਦੇ ਉੱਤੇ, ਇੱਕ ਵਾਹਿਗੁਰੂ ਲਫ਼ਜ਼ ਸਤਨਾਮ ਲਫ਼ਜ਼ ਮੈਂ ਕਰਦਾ ਜਾਣਾ, ਵਾਹਿਗੁਰੂ ਸਤਨਾਮ ਕਰਦਾ ਜਾਣਾ। ਪਰ ਇਹਦੇ ਇੱਕੋ ਹੀ ਮੇਰੇ ਮਨ 'ਚ ਖਿਆਲ ਹੁੰਦਾ ਵੀ ਮੈਨੂੰ ਕੋਈ ਨੇਤਰਦਾਨੀ ਪਰਿਵਾਰ ਮਿਲ ਜਾਏ, ਕੋਈ ਫਾਇਦਾ ਲੈਣ ਵਾਲਾ ਮੇਰੇ ਤੋਂ ਮਿਲ ਜਾਵੇ। ਅੱਛਾ, ਇਹ ਕਈ ਕਦੀ ਕਿੱਦਾਂ ਵੀ ਹੁੰਦਾ ਜਦੋਂ ਤੁਸੀਂ ਜਾਂਦੇ ਆ ਅੱਖ ਲੈਣ ਜਾਂਦੇ ਆ ਨਾ, ਤੇ ਕਈ ਵਾਰੀ ਉੱਥੇ ਪਰਿਵਾਰ ਬੜਾ ਭਾਵਕ ਹੋਇਆ ਹੁੰਦਾ, ਤੇ ਕਦੀ ਇਦਾਂ ਦੇ ਹਾਲਾਤ ਬਣੇ ਕੋਈ? ਨਹੀਂ, ਅੱਜ ਤੱਕ ਤਾਂ ਸਾਨੂੰ ਕੋਈ ਹਾਲਾਤ ਨਹੀਂ ਬਣੇ। ਮੈਂ ਇਹ ਵੀ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਫਾਰਮ ਅਸੀਂ ਭਰਦੇ ਜ਼ਰੂਰ ਹਾਂ, ਪਰ ਜਿੰਨੇ ਅਸੀਂ 29 ਪਰਿਵਾਰਾਂ ਦੀ ਜਿਹੜੀ ਮੈਂ ਕੀਤੇ, ਕਿਸੇ ਨੇ ਸਾਡੇ ਕੋਲ ਫਾਰਮ ਨਹੀਂ ਭਰਾਇਆ। ਅਸੀਂ ਮੌਕੇ ਦੇ ਫਾਰਮ ਭਰਦੇ ਹਾਂ। ਮਤਲਬ ਜਿਹੜੇ 29 ਹੋਈਆਂ ਉਹਨਾਂ ਤੋਂ ਫਾਰਮ ਨਹੀਂ ਭਰੇ? ਫਾਰਮ ਪੂਰਮ ਨਹੀਂ ਕਿਸੇ ਨੇ ਭਰਿਆ ਸਰ ਜੀ। ਸਾਨੂੰ ਉਹਦਾ ਭਰਾਏ ਤਾਂ ਅਸੀਂ 1000 ਤੋਂ ਉੱਪਰ ਆ। ਮੌਕਾ ਅਨੁਸਾਰ ਨਹੀਂ ਸਾਨੂੰ ਕਿਸ ਤਰ੍ਹਾਂ ਮਿਲੇ, ਪਰ ਜਿਹੜੇ ਸਾਨੂੰ ਮਿਲੇ ਵੀ ਹੈਗੇ ਨਾ, ਉਹਨਾਂ ਨੂੰ ਹੀ ਉਸੇ ਮੌਕੇ 'ਤੇ ਅਸੀਂ ਫਾਰਮ ਭਰਦੇ ਹਾਂ। 5 ਬੰਦਿਆਂ ਦੇ ਦਸਤਖਤ ਕਰਦੇ, ਡਾਕਟਰ ਸਾਹਿਬ ਦੇ ਦਸਤਖਤ ਹੁੰਦੇ, ਫਿਰ ਉਹ ਮਨੁੱਖੀ ਅੰਗ ਨੂੰ ਲੈ ਕੇ ਅਸੀਂ ਉਹ ਖੜ ਸਕਦੇ ਹਾਂ ਜੀ। ਅੱਛਾ, ਉਹ ਜਦੋਂ ਉਹ ਕਿੰਨੇ ਬੰਦੇ ਲੱਗਦੇ ਆ ਉਹ ਅੱਖ ਲੈਣ ਨੂੰ ਜਦੋਂ ਤੁਸੀਂ ਜਾਂਦੇ ਆ? 20 ਮਿੰਟ ਦੇ ਵਿੱਚ ਅਸੀਂ ਅੱਖ ਲੈ ਲੈਂਦੇ, ਤੇ ਉਹਦੇ ਵਿੱਚ ਇੱਕ ਡੁਪਲੀਕੇਟ ਅੱਖ ਉਹ ਪਾ ਦਿੰਦੇ, ਕਿਉਂਕਿ ਸਰੀਰ ਨੂੰ ਕੋਈ ਬੰਦਾ ਜਿਹਾ ਨਾ ਲੱਗੇ, ਕਿਸੇ ਨੂੰ ਉਹਨੂੰ ਮਤਲਬ ਬੁਰਾ ਨਾ ਘੁੰਮਣਾਵੇ। ਪਰ ਜਿੰਨੇ ਵੀ ਬੰਦਿਆਂ ਨੇ ਸਾਨੂੰ ਅੱਖਾਂ ਦਿੱਤੀਆਂ ਹਨ, ਉਹ ਆਦਮੀ ਸਮਝ ਲਓ ਜਾਂ ਬੱਚੀਆਂ ਉਹਨੇ ਸਮਝ ਲਓ, ਉਹ ਟਾਰਚਾਂ ਲੈ ਕੇ ਸਾਡੇ ਕੋਲ ਖੜੇ ਹੋ ਕੇ ਅੱਖਾਂ ਦਾਨ ਕਰਵਾਈਆਂ ਉਹਨਾਂ ਨੇ। ਕੋਈ ਗਿਲਾ ਨਹੀਂ ਵੀ ਸਾਡੀ ਅੱਖ ਇਹਨਾਂ ਨੇ ਦਾਨ ਦੇ ਵਿੱਚ ਨਹੀਂ ਲੈ ਲਈ ਆ, ਤੇ ਉਹ ਖੁਸ਼ ਹੋਇਆ। ਉਹ ਕਹਿੰਦੇ ਜੀ ਕਿਸੇ ਨੂੰ ਲੱਗ ਜਾਵੇ ਤਾਂ ਸਾਨੂੰ ਭਲਾ ਕਰ ਦਿਓ। ਜੀ ਜਦੋਂ ਤੁਸੀਂ ਕਿਹਾ ਵੀ ਜੀਂਦੀਆਂ ਅੱਖਾਂ, ਤਾਂ ਫਿਰ ਜੀਂਦੀਆਂ ਜੇ ਲੱਗ ਜਾਣ ਤਾਂ ਫਿਰ? ਮਨ ਦੇ ਵਿੱਚ ਹੀ ਹੁਣ ਪਬਲਿਕ ਦੇ ਤੇ ਹੁਣ ਆ ਰਹੀ ਆ, ਤੇ ਮੈਂ ਸਰਕਾਰ ਨੂੰ ਜ਼ਰੂਰ ਬੇਨਤੀ ਕਰਾਂਗਾ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ, ਵੀ ਇਹਨੂੰ ਕਿਸੇ ਤਰ੍ਹਾਂ ਜਿੱਦਾਂ ਡਾਕਟਰੀ ਹੋਰ ਜਿੱਦਾਂ ਤੁਸੀਂ ਕਰ ਰਹੇ ਆ, ਇਸ ਤਰ੍ਹਾਂ ਉਸ ਮਤਲਬ ਸੇਵਾ ਨੂੰ ਮੁੜ ਕੇ ਅਸੀਂ ਆਰੰਭ ਕੀਤਾ ਜਾਵੇ ਤੇ ਉਹਨੂੰ ਲਗਾਇਆ ਜਾ ਸਕੇ। ਕਿਉਂਕਿ ਨੇਤਰਹੀਣ ਜਿਹੜੇ ਆ ਉਹ ਤਾਂ ਵੱਧਦੇ ਹੀ ਜਾ ਰਹੇ ਹਨ, ਉਹ ਤਾਂ ਨਹੀਂ ਘਟੇ। ਅਗਰ ਜੇ ਘਟੇ ਆ ਤੇ ਸਾਡੀ ਘਾਟ ਕਰਕੇ ਘਟੇ ਆ, ਫਿਰ ਜਿਹੜੀ ਅੱਖ ਅਸੀਂ ਪ੍ਰਾਪਤ ਕਰਕੇ ਨਹੀਂ ਲਗਾ ਰਹੇ। ਅੱਛਾ, ਦੂਸਰੇ ਬੰਨੇ ਇਹ ਵੀ ਗੱਲ ਹੈ ਨਾ ਕਿ ਤੁਹਾਡੇ ਹੁਸ਼ਿਆਰਪੁਰ ਏਰੀਆ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਇੱਥੇ ਤਾਂ ਵਾਹਵਾ ਨੇਤਰਦਾਨ ਹੋ ਗਿਆ, ਜਦੋਂ ਆਪਣੀ ਕੇਵਲ ਜੀ ਨਾਲ ਗੱਲ ਵੀ ਹੋਈ ਸੀਗੀ। ਬਾਕੀ ਏਰੀਆ ਦਾ ਕੀ ਹਾਲ ਆ? ਬਾਕੀ ਵੀ ਕਾਫੀ ਕਰ ਰਹੇ ਸਰ, ਬਹੁਤ ਹੋ ਰਹੀ ਆ। ਭਾਰਤ ਦੇ ਵਿੱਚ ਕਾਫੀ ਅੱਖਾਂ ਜਿਹੜੀਆਂ ਦਾਨ ਕਰਾ ਰਹੇ ਆ ਔਰ ਹੋ ਰਹੀਆਂ, ਪਰ ਸਾਨੂੰ 2.5 ਲੱਖ ਤੋਂ ਉੱਪਰ ਅੱਖ ਜਿਹੜੀ ਦਾਨ ਦੇ ਵਿੱਚ ਹੋਣੀ ਚਾਹੀਦੀ ਆ ਸਾਲ ਦੀ, ਪਰ 40-50 ਹਜ਼ਾਰ ਦੇ ਕਰੀਬ ਕਹਿੰਦੇ ਦਾਨ ਹੋ ਰਹੀਆਂ। ਪਰ ਇਹ ਵੱਧ ਸਕਦੀਆਂ ਸਰ, ਲੋਕਾਂ ਦੀ ਜਿਹੜੀ ਚੁਆਇਸ ਹੈਗੀ ਉਹ ਵੱਧ ਸਕਦੀ ਆ। ਲੋਕ ਤਾਂ ਖੋਲ੍ਹੇ ਚਾਹੁੰਦੇ ਆ ਹੁਣ ਕਿਸੇ ਤਰ੍ਹਾਂ ਵੀ ਸਾਨੂੰ ਖੋਲ੍ਹਿਆ ਜਾਵੇ, ਜਾਂ ਕਿਸੇ ਚੀਜ਼ ਨੂੰ ਬੈਨ ਲੱਗਾ ਹੋਵੇ ਜੋ ਖੁੱਲ੍ਹ ਜਾਵੇ ਤਾਂ ਉਹਦੀ ਜਿਹੜੀ ਕੀਮਤ ਫਿਰ ਵੱਧ ਜਾਂਦੀ ਆ। ਉਹਨਾਂ ਦੇ ਮਨ 'ਚ ਇਹ ਹੁੰਦਾ ਵੀ ਸਾਡੀ ਜਿਹੜੀ ਅੱਖ ਆ, ਜਿੱਦਾਂ ਇਹ ਦੱਸਦੇ ਆ, ਇਹਨੂੰ ਮਿੱਟੀ ਦੇ ਵਿੱਚ ਹੁਣ ਤੁਸੀਂ ਕਰ ਦਿੱਤਾ, ਅੱਗ ਲਗਾ ਕੇ ਮਤਲਬ ਸਾੜ ਦਿੱਤਾ, ਨਾ ਸਾੜੀ ਜਾਵੇ, ਤੇ ਉਹ ਇਹ ਕਹਿ ਰਹੇ ਆ। ਸਾਡੇ ਕੋਲ ਹੁਣ ਦਾ ਜਵਾਬ ਨਹੀਂ ਆ ਰਿਹਾ, ਕੋਈ ਸਾਨੂੰ ਕੋਈ ਗਾਈਡੈਂਸ ਨਹੀਂ ਆ ਰਹੀ। ਅੱਛਾ, ਮੇਰੀ ਗੱਲ ਸੁਣੋ, ਜਿੱਦਾਂ ਹੁਣ ਤੁਸੀਂ ਫਾਰਮ ਭਰਿਆ ਆਪਦੇ ਅੱਖ ਦੇ ਲਈ? ਮੈਂ ਆਪਣਾ ਸਰੀਰ ਦਾ ਫਾਰਮ ਭਰਿਆ ਸਰ, ਤੇ ਮੈਂ ਤਾਂ ਇਹ ਬੇਨਤੀ ਕੀਤੀ ਡਾਕਟਰ ਸਾਹਿਬ ਨੂੰ, ਮੈਨੂੰ ਪਤਾ ਲੱਗਾ ਸੀ ਡਾਕਟਰ ਸਾਹਿਬ ਦੇ ਨਾਲ, ਕਹਿੰਦੇ ਜੇ ਸਰੀਰ ਪਤਾ ਹੁੰਦਾ ਸਾਨੂੰ ਵੀ 6-7 ਘੰਟੇ ਜਿਹੜਾ ਸਰੀਰ ਆ, ਜਦੋਂ ਤੁਹਾਨੂੰ ਦੱਸਿਆ ਵੀ ਸੀ ਆਪਣੇ ਡਾਕਟਰ ਸਾਹਿਬ ਨੇ, ਇਹ ਬਿਮਾਰ ਵੀ ਰਹੇ ਆ, ਅਸੀਂ ਬਿਮਾਰ ਬੈਠੇ ਵੀ ਲੋਕਾਂ ਨੂੰ ਚਲੋ ਪ੍ਰੇਰਿਤ ਕਰਦੇ ਰਹੇ ਆ,
ਤਾਂ ਮੈਂ ਇਹ ਵੀ ਅਜੇ ਵੀ ਪੰਜਾਬ ਸਰਕਾਰ ਤੇ ਆਪਣੇ ਪਿੰਡਾਂ ਦੇ ਸਰਪੰਚਾਂ ਨੂੰ ਤੇ ਜਿਹੜੇ ਮੋਹਤਮਾਨ ਬੰਦੇ ਉਹਨਾਂ ਨੂੰ ਇਹ ਕਹਾਂਗਾ, ਇੱਕ ਦਿਨ ਤਾਂ ਮੈਂ ਸਰੀਰ ਹੀ ਛੱਡਣਾ ਹੀ ਆ। ਜੇ ਤੁਹਾਡੇ ਮੁਤਾਬਕ ਮੇਰੇ ਸਰੀਰ ਦੇ ਸਾਰੇ ਅੰਗ ਲੱਗ ਜਾਣ, ਉਹ ਕਹਿੰਦੇ ਜੀ 7-8 ਘੰਟੇ ਤੱਕ ਜਿਹੜੀ ਹੈਗੀ ਆ ਮੌਤ ਹੋ ਸਕਦੀ ਆ। ਡਾਕਟਰ ਸਾਹਿਬ ਨੂੰ ਪਤਾ ਵੀ ਇਹਦੀ ਮੌਤ ਹੋ ਜਾਣੀ ਆ। ਤੇ ਜੇ ਮੇਰੀ ਮੌਤ ਹੋ ਜਾਣੀ ਆ ਤੇ ਮੇਰੇ ਉਹ ਜਿੰਦੇ ਜੀ ਜਿਹੜੇ ਅੰਗ ਮੇਰੇ ਉਹ ਹੈਗੇ ਆ ਉਹ ਕੱਢ ਕੇ ਲਾ ਲੈਣ, ਤੇ ਮੈਨੂੰ ਉਹਦਾ ਕੀ ਹਿਰਖਾ ਜੀ ਕਿ ਡੱਕਦੇ ਜਾਣਗੇ। ਉਹਦਾ ਸਰਕਾਰ ਦਾ ਕੰਮ ਆ ਵੀ ਕੀ ਨਾ ਇਹਨੂੰ ਕਿਸ ਤਰ੍ਹਾਂ ਅਰੇਂਜਮੈਂਟ ਕਰਨਾ ਔਰ ਕਿੱਦਾਂ ਲਗਾਉਣਾ। ਅੱਛਾ, ਮਸੀਦੀ ਸਾਹਿਬ ਇਹ ਗੱਲ ਕਹਿ ਰਿਹਾ ਕਿ ਜੇ ਡਾਕਟਰ ਨੂੰ ਪਹਿਲਾਂ ਹੀ ਪਤਾ ਹੈ, ਪ੍ਰਿਓਰ ਪਤਾ ਹੈ ਕਿ ਬ੍ਰੇਨ ਡੈਡ ਹੈ ਜਾਂ ਕੋਮਾ ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਪਤਾ ਹੈ ਕਿ ਕ੍ਰਿਟੀਕਲ ਹਾਲਤ ਹੈ, ਪਰ 7-8 ਘੰਟੇ ਜਾਂ ਇੱਕ ਦਿਨ 'ਚ ਬੰਦੇ ਪੇਸ਼ੈਂਟ ਨੇ ਚਲਾ ਜਾਣਾ ਆ, ਤਾਂ ਉਸ ਟਾਈਮ ਉਹ ਕਹਿੰਦੇ ਕਿ ਮੈਂ ਕਿਹਾ ਵੀ ਮੇਰੇ ਅੰਗ ਜਿਹੜੇ ਆ ਉਹ ਦਾਨ ਕਰ ਦੇਣ। ਅੱਛਾ, ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਅੰਗ ਦਾਨ ਲਈ, ਖਾਸ ਕਰਕੇ। ਚਲੋ ਅੱਖਾਂ ਦਾਨ ਤੇ ਮੰਨ ਲਿਆ, ਇਹਲੇ ਅੰਗ ਦਾਨ ਦੇ ਵਿੱਚ ਲੋਕਾਂ ਦੀ ਬਹੁਤ ਤਾਂਘ ਆ ਵੀ ਅਸੀਂ ਕਰਾਉਣੇ ਚਾਹੁੰਦੇ ਹਾਂ। ਜਿਹੜੇ ਸਾਡੇ ਹਾਲਾਤ ਦੇਖਦੇ ਹਨ ਵੀ ਇਹ ਹੋਣੀ ਚਾਹੀਦੀ, ਉਹ ਚਾਹੁੰਦੇ ਆ। ਫਾਰਮ ਬਹੁਤ ਮੇਰੇ ਕੋਲ ਆ ਰਿਹਾ ਭਰ ਕੇ, ਭਰੋ, ਅਸੀਂ ਭਰ ਨਹੀਂ ਸਕਦੇ ਸਰ, ਕਿਉਂ ਹਦਾਇਤ ਨਹੀਂ ਸਾਨੂੰ ਆ ਰਹੀ। ਹਾਲੇ ਕਰੋਨਾ ਕਰਕੇ ਬੰਦ ਆ। ਕਰੋਨਾ ਕਰਕੇ ਬੰਦ ਆ, ਬਾਕੀ ਤਾਂ ਅਸੀਂ ਪੂਰਾ ਕਰ ਰਹੇ ਹਾਂ। ਮੈਡੀਕਲ ਕਾਲਜਾਂ ਨੂੰ ਅਸੀਂ ਬੋਡੀਆਂ ਦੇ ਰਹੇ ਹਾਂ, ਉਹ ਲੈ ਰਹੇ ਆ। ਬੜੇ ਖੁਸ਼ ਹੁੰਦੇ ਜਦੋਂ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਜਾਂਦੇ ਲੈ ਕੇ ਬੋਡੀ, ਕਹਿੰਦੇ ਸਾਡੇ ਬੱਚੇ ਜਿਹੜੇ ਸਿੱਖਣਗੇ। ਅੱਛਾ, ਕਦੀ ਬੜੀ ਚੰਗੀ ਘਟਨਾ ਕੋਈ ਸਾਡੇ ਨਾਲ ਸਾਂਝੀ ਕਰਨ ਗਏ ਹੋ, ਤੁਸੀਂ ਅੱਖ ਲੈਣ ਗਏ ਹੋ ਤੇ ਪਰਿਵਾਰ ਬਹੁਤ ਖੁਸ਼ ਹੋਇਆ ਹੋਵੇ, ਜਾਂ ਕੋਈ ਵੀ ਜਿਹੜੀ ਤੁਹਾਡੇ ਦਿਮਾਗ 'ਚ ਚੱਲਦੀ ਹੋਵੇ ਗੱਲ? ਹਾਂਜੀ, ਪਰਿਵਾਰ ਜੀ ਖੁਸ਼ ਹੁੰਦੇ ਜਿਹੜੇ ਅਸੀਂ ਭੋਗਾਂ ਦੇ ਉੱਤੇ ਜਾਂਦੇ ਹਾਂ। ਅੱਗੇ ਤਾਂ ਭੋਗਾਂ ਦੇ ਉੱਤੇ ਸਾਡੇ ਬੰਦੇ ਜਿਹੜੇ ਅੱਖ ਪਾਈ ਹੁੰਦੀ ਸੀ ਉਹ ਲੈ ਕੇ ਚੱਲ ਜਾਂਦੇ ਸੀ। ਸਰਕਾਰ ਦਾ ਬੈਨ ਕਾਰਨ ਹੁਣ ਜ਼ਰੂਰ ਅਸੀਂ ਨਹੀਂ ਖੜਦੇ, ਪਰ ਇੱਕ ਦੋ ਆਪਣੀ ਜਹੂਰੇ ਦੀ ਤੁਹਾਨੂੰ ਗੱਲ ਦੱਸ ਰਿਹਾ। ਇੱਥੇ 2 ਬੰਦਿਆਂ ਨੂੰ ਅੱਖਾਂ ਪਾਈਆਂ, ਉਹ ਮੈਨੂੰ ਵੀ ਨਹੀਂ ਪਤਾ ਵੀ ਇਹਨੂੰ ਲੱਗੀਆਂ, ਅਖਬਾਰ 'ਚ ਪੜ੍ਹ ਲਈਆਂ ਉਹਨਾਂ ਨੇ। ਉਹਨਾਂ ਦੇ ਭੋਗ ਦੇ ਉੱਤੇ ਆਏ ਤੇ ਮੈਂ ਕਿਹਾ ਪੱਟੀਆਂ ਬੰਨੀਆਂ ਪਈਆਂ, ਕਿਹੜੇ ਬੰਦੇ ਹੋਣਗੇ? ਉਹ ਕਹਿੰਦੇ ਜੀ ਅਸੀਂ ਤੁਹਾਡੀਆਂ ਅੱਖਾਂ ਦਾਨ ਕਰਾਈਆਂ, ਲੱਗੀਆਂ ਸਾਨੂੰ। ਬੜਾ ਪਰਿਵਾਰ ਖੁਸ਼ ਹੋਇਆ ਜੀ, ਸਾਡਾ ਮਨ ਵੀ ਬੜਾ ਖੁਸ਼ ਹੋਇਆ ਕਿ ਸਾਡੀ ਕੋਈ ਸਫਲਤਾ ਹੋਣੀ ਸ਼ੁਰੂ ਹੋਈ ਹੈ ਜੀ। ਬਹੁਤ ਬਹੁਤ ਧੰਨਵਾਦ ਮਸੀਤੀ ਸਾਹਿਬ, ਤੁਸੀਂ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਔਰ ਸਾਡੇ ਨਾਲ ਅੱਜ ਗੱਲਬਾਤ ਕੀਤੀ। ਤੁਸੀਂ ਪੂਰਾ ਦਿਨ ਸਾਨੂੰ ਦੇ ਦਿੱਤਾ ਤੇ ਤੁਹਾਡਾ ਕੰਮ ਇੰਦੇ ਹੀ ਤੁਸੀਂ ਚੰਗੇ ਕੰਮ ਕਰਦੇ ਰਹੋ ਔਰ ਪੂਰੀ ਦੁਨੀਆ ਤੁਹਾਨੂੰ ਜਾਣੇ, ਇਹ ਉਮੀਦ ਕਰਦੇ ਹਾਂ। ਜੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਤੁਹਾਡੇ ਚੈਨਲ ਤੇ ਸ਼ੁਰੂ ਕਰਾਂਗਾ ਵੀ ਇਨਸਾਨੀਅਤ ਦਾ ਫਰਜ਼ ਬਣਦਾ ਸਾਡਾ, ਇਹ ਅਸੀਂ ਸਾਰੇ ਨਿਭਾ ਜਾਈਏ। ਤੇ ਤੁਹਾਨੂੰ ਭਾਰਤ ਦੇ ਵਿੱਚ ਕੋਈ ਮੈਂ ਕਹਿੰਦਾ ਨੇਤਰਹੀਣ ਵਿਅਕਤੀ ਨਹੀਂ ਮਿਲਣਾ ਔਰ ਨਹੀਂ ਮਿਲੇਗਾ। ਜੇ ਨਹੀਂ ਮਿਲੇਗਾ ਤਾਂ ਅਸੀਂ ਦੂਸਰੇ ਮੁਲਕਾਂ ਨੂੰ ਵੀ ਦੇਵਾਂਗੇ। ਲੰਕਾ ਇੱਕ ਛੋਟਾ ਜਿਹਾ ਮੁਲਕ ਆ, ਸਾਰੇ ਮੁਲਕਾਂ ਨੂੰ ਕਹਿੰਦੇ ਅੱਖਾਂ ਦਾਨ ਕਰ ਰਿਹਾ। ਸਾਡਾ ਐਡਾ ਭਾਰਤ ਮਾਤਾ, ਅਸੀਂ ਕਿਉਂ ਨਾ ਕਰੀਏ? ਪਰ ਸਾਥ ਤੁਹਾਡਾ ਔਰ ਪਬਲਿਕ ਦਾ ਇਹ ਹੋਣਾ ਚਾਹੀਦਾ। ਮੇਰੇ ਨਾਲ ਮੈਂ ਜਿੰਨਾ ਚਿਰ ਮੇਰਾ ਸਵਾਸ ਹੈਗੇ ਆ ਠੀਕ ਹੈ, ਬਾਕੀ ਮੇਰੇ ਅੰਗ ਤੁਹਾਨੂੰ ਪਤਾ ਜਿੰਨੇ ਹੈਗੇ ਤਾਂ ਲੱਗ ਹੀ ਜਾਣੇ ਆ। ਪਰ ਲੈ ਲੈਣ, ਹਸਪੀਟਲ ਵਾਲੇ ਲੈ ਲੈਣ, ਇਹਨੂੰ ਸਿਸਟਮ ਹੋਵੇ ਕਰਨ ਕਿਸ ਤਰ੍ਹਾਂ ਜਿੱਦਾਂ ਵੀ ਹੈਗੇ ਇਹਨੂੰ ਲਾ ਦੇਣ। ਮੇਰਾ ਤੇ ਦਿਲੋਂ ਭਾਵਨਾ ਮੇਰੀ ਇਹ ਹੈਗੀ, ਲੱਗਣੇ ਚਾਹੀਦੇ ਆ। ਹਰੇਕ ਦੀ ਭਾਵਨਾ ਹੁੰਦੀ ਵੀ ਜਿਹੜੇ ਕੋਈ ਚੀਜ਼ ਦਿੰਦੇ ਨਾ ਸਾਨੂੰ, ਉਹਦਾ ਤੇ ਇਹ ਮਨ ਦੇ ਵਿੱਚ ਹੁੰਦੀ ਲੱਗਣੀ ਚਾਹੀਦੀ ਆ। ਜਿਸ ਲਈ ਉਹ ਮੇਰੇ ਵੱਲ ਦੇਖ ਲੈਂਦੇ ਆ ਵੀ ਇਹਨਾਂ ਨੇ ਲਗਾਉਣੀ ਤਾਂ ਹੈਗੀ ਆ ਤੇ ਲੱਗਣੀ ਚਾਹੀਦੀ ਆ। ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਦੇ ਤਾਂ ਕਿਸੇ ਨੂੰ ਕੁਛ ਨਹੀਂ ਸਕਦਾ। ਇੱਕ ਇਹੀ ਅਰਦਾਸ ਕਰਾਂਗਾ ਮਾਲਕ ਅੱਗੇ, ਤੁਹਾਨੂੰ ਵੀ ਮਾਲਕ ਜਿਹੜੇ ਵੱਧ ਤੋਂ ਵੱਧ ਇੱਦਾਂ ਦੇ ਹੋਰ ਮਹਾਂਪੁਰਸ਼ਾਂ ਨੂੰ ਬਣਾਓ ਜਿਨ੍ਹਾਂ ਨੂੰ ਤੁਹਾਡੇ ਜਰੀਏ ਪਤਾ ਲੱਗੇ ਲੋਕਾਂ ਦੇ ਵਿੱਚ ਵੀ ਇਹ ਜਿਹੜੀਆਂ ਇਨਸਾਨੀਅਤ ਸਾਡਾ ਫਰਜ਼ ਆ ਉਹਨੂੰ ਅਦਾ ਹੀ ਕਿੱਦਾਂ ਕਰਨਾ ਚਾਹੀਦਾ। ਬਾਕੀ ਧੰਨਵਾਦ ਮੈਂ ਉਸ ਅਕਾਲ ਪੁਰਖ ਮਹਾਰਾਜ ਦਾ ਕਰ ਰਿਹਾ ਜਿਹੜੇ ਮੈਨੂੰ 24,000 ਸਵਾਸ ਦੇ ਰਹੇ ਆ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਜੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦਾ। ਤੇ ਮੈਂ ਇਹੀ ਅਰਦਾਸ ਕਰਾਂਗਾ ਮਹਾਰਾਜ ਅੱਗੇ ਫਿਰ ਮੁੜ ਕੇ ਵੀ ਆਪਣੇ ਚੈਨਲ ਨੂੰ ਵੀ ਪਰਮਾਤਮਾ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਵੀ ਇਹਨਾਂ ਦੀ ਮਹੱਤਵਪੂਰਨ ਬਣੇ ਔਰ ਲੋਕ ਇਸ ਚੈਨਲ ਨੂੰ ਦੇਖ ਕੇ ਸਿੱਖਣ ਜ਼ਰੂਰ ਵੀ ਇਹਨਾਂ ਨੇ ਜੋ ਕੀਤਾ, ਮਿਹਨਤ ਕੀਤੀ ਆ, ਉਹ ਵਾਰ ਜ਼ਰੂਰ ਹੋਣੀ ਚਾਹੀਦੀ ਆ। ਕਿਉਂਕਿ ਇਨਸਾਨੀਅਤ ਸਾਡਾ ਫਰਜ਼ ਬਣਦਾ। ਕੋ ਮੈਂ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ, ਨਾ ਕੋਈ ਮੇਰੇ ਕੋਲ ਇਹਨਾਂ ਵਿਚਾਰਿਆਂ ਨੇ ਕੋਈ ਪੈਸਾ ਮੰਗਿਆ। ਖੁਦ ਤੇਲ ਪਾ ਕੇ ਕਾਰਾਂ ਦੇ ਉੱਤੇ ਮੈਨੂੰ ਮਿਲਣ ਆਇਆ ਤੇ ਸਾਈਕਲ ਵਾਲੇ ਨੇ ਵਿਚਾਰੇ ਨੇ ਕੀ ਦੇਣਾ ਤੁਹਾਨੂੰ। ਤੁਸੀਂ ਬਹੁਤ ਕੁਝ ਕਰ ਰਹੇ ਹੋ, ਵਾਕਈ ਬਹੁਤ ਅਰਦਾਸ ਹੀ ਬਹੁਤ ਮਾਇਨੇ ਰੱਖਦੀ ਆ। ਵਾਕਈ ਤੁਸੀਂ ਦੇਖਿਆ ਤਾਂ ਹੈ, ਜੇ ਅਰਦਾਸ ਕਰ ਲਈਏ ਤਾਂ ਫਿਰ ਅਰਦਾਸ ਦੇ ਨਾਲੋਂ ਕੋਈ ਵੱਡੀ ਚੀਜ਼ ਹੈ ਹੀ ਨਹੀਂ ਹੈਗੀ। ਦੁਨੀਆ ਦੇ ਉੱਤੇ ਬਹੁਤ ਕੁਝ ਹੋ ਰਿਹਾ, ਮਾਰੋ ਮਾਰ ਹੈ। ਤੇਲ ਐਡਾ ਪ੍ਰਾਈਸ ਉਹਦਾ ਹਾਈ ਹੋ ਗਿਆ, ਫਿਰ ਉਸ ਤੋਂ ਬਾਅਦ ਜੇ ਕਹਿ ਲਈਏ ਕਿ ਸਾਡੇ ਕੋਲੇ ਆਪਣਿਆਂ ਦੇ ਲਈ ਵੇਲ ਨਹੀਂ ਹੈਗਾ। ਇੱਥੇ ਅਸੀਂ ਅੱਖਾਂ ਅੰਗਦਾਨ ਦੀ ਗੱਲ ਕਰ ਰਹੇ ਹਾਂ ਤੇ ਘਰ ਘਰ ਜਾ ਕੇ ਬਿਨਾਂ ਕਿਸੇ ਲੋਭ ਤੋਂ ਸਾਈਕਲ ਦੇ ਉੱਤੇ ਕੰਮ ਕਰਨਾ, ਇਹ ਵੱਡਾ ਡਿਸੀਜ਼ਨ ਹੈ, ਔਖਾ ਡਿਸੀਜ਼ਨ ਹੈ। ਪਰ ਜੇ ਅਸੀਂ ਆਪਣੀ ਰਹਿਤਲ ਦੇ ਵੱਲ ਚੱਲ ਜਾਈਏ ਨਾ, ਧਰਮ ਹਰ ਕੋਈ ਇਹੀ ਸਿਖਾਉਂਦਾ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਸੋ ਇਹ ਪ੍ਰੂਵ ਕਰ ਦਿੱਤਾ ਇਹਨਾਂ ਨੇ, ਪ੍ਰਤੱਖ ਹੋ ਗਿਆ ਕਿ ਇਨਸਾਨੀਅਤ ਵਾਕਈ ਸਭ ਤੋਂ ਵੱਡਾ ਧਰਮ ਹੈ। ਭਾਈ ਵਰਿੰਦਰ ਸਿੰਘ ਜੀ ਨੇ ਇਹਨਾਂ ਪਿਛਲੇ
20 ਸਾਲਾਂ ਵਿੱਚ ਲਗਭਗ 500 ਤੋਂ ਵੱਧ ਵਿਅਕਤੀਆਂ ਦੀਆਂ ਅੱਖਾਂ ਦਾਨ ਕਰਾਈਆਂ ਤੇ 1000 ਤੋਂ ਵੱਧ ਵਿਅਕਤੀਆਂ ਨੂੰ ਇਹ ਦੁਨੀਆ ਦੇਖਣ ਦੀ ਤਾਕਤ ਵਾਹਿਗੁਰੂ ਦੁਆਰਾ ਦਵਾਈ, ਤਾਂ ਕਿ ਉਹ ਇਸ ਦੁਨੀਆ ਨੂੰ ਦੇਖ ਸਕਣ ਜਿਨ੍ਹਾਂ ਨੂੰ ਕਿ ਉਹਨਾਂ ਨੇ ਪਹਿਲੇ ਕਦੀ ਨਹੀਂ ਦੇਖਿਆ ਸੀ। ਮੇਰਾ ਵਾਹ ਭਾਈ ਬਰਿੰਦਰ ਸਿੰਘ ਜੀ ਨਾਲ ਅੱਜ ਤੋਂ 20-21 ਸਾਲ ਪਹਿਲਾਂ ਪਿਆ, ਜਦੋਂ ਕਿ ਆਪਣੀ ਟੀਮ ਨੂੰ ਨਾਲ ਲੈ ਕੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿਖੇ ਆਏ, ਜਦੋਂ ਕਿ ਮੈਂ ਉੱਥੇ ਇੱਕ ਲੈਕਚਰਰ ਵਜੋਂ ਕੰਮ ਕਰ ਰਿਹਾ ਸੀ। ਤਾਂ ਇਹਨਾਂ ਨੇ ਐਸੀ ਪ੍ਰੇਰਨਾ ਦਿੱਤੀ ਕਿ ਜਦੋਂ ਮੈਂ ਘਰ ਜਾ ਕੇ ਗੱਲ ਕੀਤੀ ਤਾਂ ਮੇਰੇ ਮਾਤਾ ਜੀ ਨੇ ਕਿਹਾ ਕਿ ਕਾਕਾ ਮੇਰੀਆਂ ਅੱਖਾਂ ਜ਼ਰੂਰ ਦਾਨ ਕਰਾਉਣੀਆਂ, ਤੇ ਉਹ ਮੈਨੂੰ ਯਾਦ ਕਰਾਉਂਦੇ ਰਹੇ। ਜਦੋਂ ਵੀ ਟੈਲੀਵਿਜ਼ਨ ਤੇ ਕੋਈ ਐਡਵਰਟਾਈਜ਼ਮੈਂਟ ਆਉਂਦੀ ਸੀ ਤਾਂ ਉਹਨਾਂ ਨੇ ਕਹਿਣਾ ਕਾਕਾ ਯਾਦ ਰੱਖੀ। ਅੰਤ ਜਦੋਂ ਉਹ 2004 ਵਿੱਚ ਉਹਨਾਂ ਦੀ ਮ੍ਰਿਤਿੂ ਹੋਈ ਤੇ ਅਸੀਂ ਭਾਈ ਬਰਿੰਦਰ ਸਿੰਘ ਹੋਣਾ ਨੂੰ ਫੋਨ ਕੀਤਾ। ਇਹ ਆਪਣੀ ਟੀਮ ਡਾਕਟਰ ਕੇਵਲ ਜੀ ਤੇ ਬਹਿਲ ਸਾਹਿਬ ਨੂੰ ਨਾਲ ਲੈ ਕੇ ਆਏ ਤੇ ਇਹਨਾਂ ਨੇ ਉਹ ਅੱਖਾਂ ਉਹਨਾਂ ਦੀਆਂ ਕੱਢ ਕੇ ਲੈ ਗਏ ਤੇ ਇਹਨਾਂ ਨੇ ਮੈਨੂੰ ਬਾਅਦ 'ਚ ਦੱਸਿਆ ਕਿ ਅਸੀਂ ਉਹਨਾਂ ਦੀਆਂ ਅੱਖਾਂ 2 ਬੱਚਿਆਂ ਨੂੰ ਲਗਾਈਆਂ। ਇਸ ਤੋਂ 1 ਸਾਲ ਬਾਅਦ ਜਦੋਂ ਮੇਰੇ ਛੋਟੇ ਭਰਾ ਦੀ ਡੈਥ ਹੋਈ ਤਾਂ ਸਾਡੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਇਹਦੀਆਂ ਅੱਖਾਂ ਵੀ ਦਾਨ ਕਰਵਾਈਆਂ ਜਾਣ, ਤੇ ਅਸੀਂ ਫੇਰ ਭਾਈ ਬਰਿੰਦਰ ਸਿੰਘ ਹੋਣਾ ਨੂੰ ਫੋਨ ਕੀਤਾ ਤੇ ਬੜੀ ਖੁਸ਼ੀ ਇਹ ਆਏ ਔਰ ਆ ਕੇ ਇਹਨਾਂ ਨੇ ਕਾਰਜ ਨੇਪਰੇ ਚਾੜਿਆ ਔਰ ਉਹਨਾਂ ਨਾਲ ਵੀ 2 ਵਿਅਕਤੀਆਂ ਨੂੰ ਦੁਨੀਆ ਦੇਖਣ ਦੀ ਆਜ਼ਾਦੀ ਮਿਲੀ। ਸੋ ਇਹਨਾਂ ਦਾ ਜੇ ਅਸੀਂ ਕਹੀਏ ਕੰਮ ਸਿਰਫ ਮੇਰੇ ਵੱਲੋਂ ਨਹੀਂ ਬਲਕਿ ਸਾਰੀ ਦੁਨੀਆ ਦੇ ਵਿੱਚ, ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਅੱਛਾ ਇਹਨਾਂ ਦਾ ਪਰਉਪਕਾਰੀ ਕਾਰਜ ਚੱਲ ਰਿਹਾ। ਔਰ ਹੁਣ ਵੀ ਇਹੋ ਇਸ ਉਮਰ 'ਚ ਹੁੰਦਿਆਂ ਹੋਇਆਂ ਵੀ ਆਪਣੇ ਕਾਰਜ ਨੂੰ ਤਨਦੇਹੀ ਨਾਲ ਕਰ ਰਿਹਾ। ਸਾਈਕਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰੇ ਰਹਿੰਦੇ ਆ, ਲੋਕਾਂ ਦੀਆਂ ਅੱਖਾਂ ਦਾਨ ਔਰ ਪੂਰਾ ਸਰੀਰ ਦਾਨ ਕਰਾਉਣ ਲਈ ਇਹ ਆਪਣਾ ਪੂਰਾ ਵਾਹ ਲਾ ਰਹੇ ਆ। ਪਰਮਾਤਮਾ ਕਰੇ ਕਿ ਇਹਨਾਂ ਦੀ ਉਮਰ ਲੰਬੀ ਹੋਵੇ ਤੇ ਲੋਕ ਸੇਵਾ ਕਰਦੇ ਰਹੇ। मैं डॉक्टर केवल सिंह, रिटायर्ड डिप्टी डायरैक्टर हैल्थ पंजाब, पिछले कई सालों तो आई डोनेशन का काम कर रहा, खास करके डिस्ट्रिक्ट हुशियारपुर दे विच ते उहदे विच टांडा ब्लॉक मेरे नाल भाई वरिंदर सिंह जी मसीती जिहड़े कि असीं आई डोनर इंचार्ज टांडा ब्लॉक दे बनाए आ। असीं दोने आई एसोसीएशन हुशियारपुर दे नाल पिछले 20 सालों तो जुड़े हैं। ये असी मोटिवेशन का काम और आई कलैक्शन का काम पिछले 20 सालों तो करते आ रहे हैं। पहला तो भाई वरिंदर सिंह मसीती जी बारे मैं पूरी जानकारी दे देवां। ये बहुत ही एक वधिया इंसान है। ये इन्हां कोल एक साइकिल है, शुरू तो साइकिल ते ही जाके घर घर दे विच जाके आई डोनेशन की जिहड़ी मोटिवेशन करते हैं बहुत वधिया ढंग दे नाल करते हैं। और इन्होंने इन्ने ज़्यादा प्रेरित किए आ, जिस वेले कोई डैथ होंदी आ तो मैनू जां इन्हां नूं संपर्क कर लेंदे आ ते असी विदन 2-3 आवर्स दे विच असी मरीज़ को जां डैड बॉडी को पहुँच जाने ते असी उहदियां आइज़ लैके ते जिथे जानियां चाहिदियां वो पहुँचा दिंदे आ। जिहड़ा कानूनी काम है, रिटन काम आ, क्योंकि रिटन काम भी हुंदा वो इन्हां ने सांभिया है ते जिहड़ा टैक्नीकल काम आ वो मैं करदा। असी आई कलैक्शन करके वो पूरी पैकिंग करके मैडिकल कॉलेज अमृतसर जां पटियाला जां लुधियाना जां होर जिथे भी जोड़े प्राइवेट भी जिथे ये ऑपरेशन होंगे, क्रेटोप्लस के ऑपरेशन होंगे, असी उत्थे भेज देंगे। आप सिर्फ करोना पीरियड दे विच ही साडा काम जिहड़ा ठप्प होया सीगा, क्योंकि करोना दे विच असी डैड बॉडीज़ नूं हत्थ नहीं लगा सकते सी। बाकी सारा ही पीरियड आप 2000 तो लैके हुण तक असी आई कलैक्शन करते आ रहे हैं। कल्ला डिस्ट्रिक्ट हुशियारपुर नहीं, टांडे के नज़दीक अप टू भोगपुर डिस्ट्रिक्ट जलंधर तो इधरों कपूरथला तो इधरले पासों जो गुरदासपुर आ उत्थों भी सानू कई बारी कॉल आ जाती। असी उत्थे तक भी, क्योंकि मैं एक आई स्पैशलिस्ट हाँ, तो ये काम जरा कल्ला आए
ਨੌਨ ਮੈਡੀਕਲ ਦਾ ਕੰਮ ਨਹੀਂ ਹੈਗਾ, ਮੈਡੀਕਲ ਦਾ ਵੀ ਵਿੱਚ ਕੰਮ ਹੈਗਾ। ਜਿਸ ਵੇਲੇ ਆਈ ਕਲੈਕਸ਼ਨ ਕਰਨੀ ਆ ਉਸ ਵੇਲੇ ਇੱਕ ਡਾਕਟਰ ਦੀ ਜ਼ਰੂਰਤ ਪੈਂਦੀ ਆ ਜਾਂ ਟ੍ਰੇਨਡ ਪਰਸਨ ਜਿਹੜਾ ਕਿ ਆਈ ਦੇ ਨਾਲ ਰਿਲੇਟਡ ਹੈ, ਟ੍ਰੇਨਡ ਪਰਸਨ ਦੀ ਜ਼ਰੂਰਤ ਪੈਂਦੀ ਜਿਹਨੇ ਕਿ ਅੱਖਾਂ ਲੈਣੀਆਂ ਹੁੰਦੀਆਂ। ਤੋ ਸਾਡਾ ਸਿਸਟਮ ਬੜਾ ਵਧੀਆ ਚੱਲਿਆ। ਮੈਂ ਭਾਈ ਵਰਿੰਦਰ ਸਿੰਘ ਮਸੀਤੀ ਜੀ ਦੀ ਜਿੰਨੀ ਤਾਰੀਫ ਕਰਾਂ ਉਨੀ ਘੱਟ। ਸੋ ਇਦਾਂ ਦੇ ਉਮੀਦ ਦੇ ਬੰਦੇ, ਇਦਾਂ ਦੀਆਂ ਕਹਾਣੀਆਂ, ਇਦਾਂ ਦੇ ਉਹ ਲੋਕ ਜਿਹੜੇ ਚੇਂਜ ਲਿਆਉਂਦੇ ਨੇ ਸੁਸਾਇਟੀ ਦੇ ਵਿੱਚ, ਇੱਕ ਪੋਜ਼ਿਟਿਵ ਚੇਂਜ ਲਿਆਉਂਦੇ ਨੇ, ਤੁਹਾਡੇ ਰੂਬਰੂ ਕਰਦਾ ਰਹਾਂਗਾ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ, ਟਾਂਡਾ, ਹੁਸ਼ਿਆਰਪੁਰ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।